ਉਹ ਜਿਹੜੀ ਜਦੋਜਹਿਦ ਹੈ ਉਹਨੂੰ ਅਸੀਂ ਅੱਗੇ ਕਿਵੇਂ ਲੈ ਕੇ ਚੱਲੀਏ। ਇਸੇ ਹੀ ਕੰਟੈਕਸਟ ਦੇ ਵਿੱਚ ਨਾ ਮੈਂ ਇਹਨਾਂ ਨੂੰ ਜਦੋਂ ਇਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਮੈਂ ਇਹਨਾਂ ਨੂੰ ਕਿਹਾ ਤੁਸੀਂ ਆਓ, ਕਿਉਂਕਿ ਅਸੀਂ 2 ਕਦਮ ਅੱਗੇ ਜਾਣਾ ਹੈ, ਉੱਥੇ ਰੁਕੇ ਨਹੀਂ ਰਹਿਣਾ ਹੈਗਾ ਜਿੱਥੇ ਅਸੀਂ ਇਸ ਵੇਲੇ ਹੈਗੇ ਹਾਂ। ਤੇ ਅਸੀਂ ਬੜੇ ਪੁਰਉਮੀਦ ਹਾਂ ਇਹਨਾਂ ਸੱਜਣਾਂ ਦੇ ਕੋਲੋਂ ਕਿ ਇਹ ਕੈਨੇਡਾ ਦੀ ਗਵਰਨਮੈਂਟ ਲੈਵਲ ਦੇ ਉੱਤੇ ਮੋਬਿਲਾਈਜ਼ ਕਰਨਗੇ ਪੰਜਾਬੀ ਦੀ ਜ਼ਰੂਰਤ ਨੂੰ। ਨਜ਼ੀਰ ਕੌਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਵੀ ਗਦਰੀ ਬਾਬਿਆਂ ਦੀ ਉਸ ਮੂਵਮੈਂਟ ਦਾ ਹਿੱਸਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੀ ਸ਼ਨਾਖਤ ਬਰਕਰਾਰ ਰੱਖਣੀ ਹੈਗੀ ਹੈ। ਇਹ ਸਾਰੀਆਂ ਗੱਲਾਂ ਬਹਰਹਾਲ ਅਸੀਂ ਆਪਣੇ ਤੌਰ ਦੇ ਉੱਤੇ ਸਾਂਝੀਆਂ ਕਰ ਰਹੇ ਸੀ। ਇੱਕ ਨਵਾਂ ਸੈਗਮੈਂਟ ਦੇ ਵਿੱਚ ਸ਼ਾਮਲ ਕੀਤਾ ਕਿ ਅਸੀਂ ਕਿਸ ਤਰ੍ਹਾਂ ਇੱਕ ਕਦਮ ਅੱਗੇ ਜਾਈਏ। ਨਜ਼ੀਰ ਕੌਰ ਸਾਹਿਬ ਤਸ਼ਰੀਫ ਲਿਆਓ। सत श्री अकाल, नमस्कार ते अस्सलाम वालेकुम। मैं बिल्कुल तैयार नहीं सी ਇਹਦੇ ਵਾਸਤੇ। ਇਹ ਜ਼ਿਆਦਤੀਆਂ ਕਰ ਲੈਂਦਾ, ਵਾਰਦਾਤਾਂ ਕਰ ਲੈਂਦਾ ਤਾਹਿਰ ਇਸਲਾਮ ਗੁਰੂ ਮੇਰੇ ਨਾਲ। ਮੈਂ ਸਵੇਰੇ ਇੱਕ ਛੋਟਾ ਜਿਹਾ ਇੱਕ ਨੋਟ ਲਿਖ ਕੇ ਕੰਪਾਈਲ ਕਰਕੇ ਫੇਸਬੁੱਕ ਤੇ ਪਾਇਆ ਸੀ ਤੇ ਉਹ ਅੰਗਰੇਜ਼ੀ ਸੀ ਕਿਉਂਕਿ ਉੱਥੇ ਸਾਡੇ ਪੰਜਾਬੀਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਤੇ ਮੈਂ ਜੇ ਇਜਾਜ਼ਤ ਦਿਓ ਤੇ ਮੈਂ ਉਹ ਸ਼ੇਅਰ ਕਰ ਲੈਣਾ ਤੁਹਾਡੇ ਨਾਲ ਤੇ ਤੁਹਾਡਾ ਬਹੁਤ ਸ਼ੁਕਰੀਆ। ਮੇਰਾ ਇੱਕ ਹੀ ਰੋਣਾ ਪਿੱਟਣਾ ਜਿੱਥੇ ਮੈਂ ਜਾਂਦਾ ਮੈਂ ਪੰਜਾਬੀ ਦਾ ਹੀ ਰੌਲਾ ਪਾਉਣਾ ਹੁੰਦਾ ਕਿਉਂਕਿ ਮੇਰਾ ਇਸ਼ੂ ਹੀ ਇਹ ਹੈਗਾ ਤੇ ਇਸ਼ੂ ਸਾਰੇ ਪੰਜਾਬੀਆਂ ਦਾ ਹੈਗਾ। ਮਸਲਾ ਇਹ ਹੈ ਕਿ ਜਿਹੜੇ ਅਸੀਂ ਪੰਜਾਬੀ ਹੈਗਾ ਨਾ ਸਾਡੇ 'ਚ ਇੱਕ ਪ੍ਰੋਬਲਮ ਹੈਗਾ। ਤੁਸੀਂ ਪੰਜਾਬ ਦੀ ਮੈਂ ਇੱਕ ਗੱਲ ਕਰ ਰਿਹਾ ਜਿਹੜੀ ਮੇਰੀ ਪੰਜਾਬ ਦੀ ਹਿਸਟਰੀ ਦੀ ਐਨਾਲਿਸਿਸ ਹੈ ਜਾਂ ਜਿਹੜਾ ਮੇਰਾ ਆਊਟਕਮ ਹੈ ਜੋ ਮੈਂ ਨਿਤਾਰਾ ਕੱਢਿਆ ਪੰਜਾਬ ਦੀ ਹਿਸਟਰੀ ਦਾ। ਤੁਸੀਂ ਪਿਛਲੇ 5,500 ਸਾਲ ਤੋਂ ਪਹਿਲੀ ਵਾਰੀ ਅਸੀਂ ਸਾਹਮਣੇ ਆਏ ਅਸ਼ੋਕਾ ਦੇ ਦੌਰ 'ਚ। ਅਸ਼ੋਕਾ ਦਾ ਪੰਜਾਬ ਸੀ। ਉਸ ਤੋਂ ਬਾਅਦ ਅਸੀਂ ਪੋਰਸ ਦੇ ਦੌਰ 'ਚ ਉੱਠਦੇ ਨਜ਼ਰ ਆਉਂਦੇ ਹਾਂ। ਫਿਰ ਸਾਨੂੰ ਨਜ਼ਰੀ ਪੈਂਦਾ ਹੈ ਆਪਣਾ ਦੁੱਲਾ ਭੱਟੀ ਦਾ ਪੰਜਾਬ। 14 ਸਾਲ ਤੱਕ ਗੁਰੀਲਾ ਵਾਰ ਲੜਦਾ ਰਿਹਾ ਅਕਬਰ ਆਜ਼ਮ ਦੇ ਮੁਗਲਾਂ ਦੇ ਖਿਲਾਫ। ਕਿਸਾਨਾਂ ਨੇ ਟੈਕਸ ਦੇਣ ਤੋਂ ਇਨਕਾਰ ਕਰਤਾ ਸੀ। ਇਹ ਕਿਸਾਨਾਂ ਦੀ ਤਹਿਰੀਕ ਜਿਹੜੀ ਫਿਰ ਅੰਗਰੇਜ਼ਾਂ ਦੇ ਜ਼ਮਾਨੇ 'ਚ ਫਿਰ ਉੱਠੀ ਤੇ ਉਸ ਤੋਂ ਬਾਅਦ ਅਸੀਂ ਕਿੱਥੇ ਨਜ਼ਰ ਆਉਂਦੇ ਹਾਂ? ਅਸੀਂ ਨਜ਼ਰ ਆਉਂਦੇ ਹਾਂ ਫਿਰ ਦੁੱਲਾ ਭੱਟੀ ਤੋਂ ਬਾਅਦ ਅਸੀਂ ਨਜ਼ਰ ਆਉਂਦੇ ਹਾਂ ਚੇਰੀਆਂ ਵਾਲੇ ਦੇ ਮੈਦਾਨ ਜੰਗ 'ਚ। ਫਿਰ ਸਾਡੀ ਆਪਣੀ ਰਿਆਸਤ ਬਣਦੀ, ਰਣਜੀਤ ਸਿੰਘ ਬਣਾਈ ਰਿਆਸਤ, 40 ਸਾਲ ਤੱਕ ਲੈ ਕੇ ਬੈਠੇ ਰਹੇ। ਉਸ ਤੋਂ ਬਾਅਦ ਦੂਸਰਾ ਜਿਹੜੀ ਵੱਡੀ ਜਿੱਥੇ ਪੰਜਾਬ ਦੀ ਤਾਰੀਖ ਬਦਲ ਗਈ ਚੇਰੀਆਂ ਵਾਲਾ ਦਾ ਮੈਦਾਨ ਜੰਗ ਹੈ ਜਿੱਥੇ ਫਿਰ ਸਰੈਂਡਰ ਹੋਇਆ। ਉਸੇ ਤੇ ਮੇਰਾ ਨਾਵਲ ਵਾਗਾ ਹੈਗਾ ਪੂਰਾ ਜਿਹੜਾ ਪੰਜਾਬ ਦਾ ਇੱਕ ਤਾਰੀਖ ਦੌਰ ਹੈ। ਨਵਤੇਜ ਸਿੰਘ ਭਾਰਤੀ ਹੋਣੀ ਨਹੀਂ ਬੈਠੇ ਮੇਰੇ ਨਾਲ, ਉਹਨਾਂ ਨੇ ਗੱਲ ਕੀਤੀ ਸੀ ਵਾਰੀ ਕਿ ਜੋ ਕੋਈ ਕਿਤਾਬ ਲਿਖਣੀ ਹੈ ਜਾਂ ਕੋਈ ਨਾਵਲ ਲਿਖ ਰਹੇ ਤੇ ਪੰਜਾਬ ਦੇ ਤਾਰੀਖ ਦੌਰ ਤੇ ਰੱਖ। ਡਾਰਕ ਪੀਰੀਅਡ ਕਿਹੜਾ ਹੈ? ਜਦੋਂ ਔਰੰਗਜ਼ੇਬ ਦੀ ਮੌਤ ਹੋਈ ਹੈ ਉਹ 1707, ਉਸ ਤੋਂ ਬਾਅਦ ਲੈ ਕੇ ਪਾਰਟੀਸ਼ਨ ਤੱਕ ਪੰਜਾਬ ਦੀ ਪਾਰਟੀਸ਼ਨ ਤੱਕ ਸਾਰਾ ਪੰਜਾਬ ਦਾ ਤਾਰੀਖ ਦੌਰ ਹੈ। ਇਹਦੇ ਵਿੱਚ ਕਤਲਾਮ ਹੋਇਆ, ਅਹਿਮਦ ਸ਼ਾਹ ਅਬਦਾਲੀ ਆਇਆ, ਮੰਦਿਰ ਮਸੀਤਾਂ ਗੁਰਦੁਆਰੇ ਲੁੱਟ ਮਾਰ ਕਤਲੋ ਗਰਦ ਕਰੀ ਸੋ ਮਸੋ ਜਵਾਰ ਲਗਾ। ਕਿਸੇ ਦੀ ਤਫਰੀਕ ਨਹੀਂ ਕੀਤੀ, ਹਿੰਦੂ ਮੁਸਲਮਾਨ ਸਿੱਖ ਈਸਾਈ ਹਰ ਇੱਕ ਦੀਆਂ ਧੀਆਂ ਭੈਣਾਂ ਨੂੰ ਹੱਥ ਪਾਇਆ, ਜਵਾਨ ਗੱਭਰੂ ਕਤਲ ਕੀਤੇ, ਬੱਚੇ ਅਗਵਾ ਕਰਕੇ ਨਾਲ ਲੈ ਗਏ। ਸਾਡੀਆਂ ਪੰਜਾਬ ਦੀਆਂ ਧੀਆਂ ਸਮਰਕੰਦ ਕਾਬਲ ਤੇ ਕੰਧਾਰ ਦੇ ਬਾਜ਼ਾਰ 'ਚ ਨਿਲਾਮ ਹੁੰਦੀਆਂ ਰਹੀਆਂ। ਮੈਨੂੰ ਸਮਝ ਨਹੀਂ ਆਉਂਦਾ ਅੱਜ ਤੱਕ ਇਹ ਕਿਹੜਾ ਇਸਲਾਮ ਹੈ। ਉੱਥੋਂ ਮਿਜ਼ਾਈਲ ਬਣਾਉਂਦੇ ਤੋਂ ਅੰਦਰ ਅਬਦਾਲੀ ਰੱਖ ਦਿੰਦੇ ਨੇ। ਬਾਹਰ ਇੱਕ ਮੈਂ ਮਾਈਂਡ ਸੈਟ ਦੀ ਗੱਲ ਕਰ ਰਿਹਾ। ਗੱਲ ਇਹ ਵੇ ਕਿ ਸਾਰੀ ਮਾਲੂਮ ਤਾਰੀਖ 'ਚ ਆਖਰੀ ਜਿਹੜਾ ਬੰਦਾ ਸਾਡਾ ਉੱਠਿਆ ਸੀ ਰਾਏ ਅਹਿਮਦ ਖਾਨ ਖਰਲ ਸੀ ਜਿਹਦੀ ਗੂੰਜ ਯੂਰਪ ਸੁਣੀ ਵੀ, ਅਮਰੀਕਾ ਸੁਣੀ। ਕਾਰਲ ਮਾਰਕਸ ਨੇ ਕੋਟ ਕੀਤਾ, ਉਹਦਾ ਜ਼ਿਕਰ ਕੀਤਾ ਕਿ 3 ਮਹੀਨੇ ਤੋਂ ਪੰਜਾਬ ਅੱਧੇ ਨਾਲੋਂ ਜ਼ਿਆਦਾ ਆਜ਼ਾਦ ਹੋ ਚੁੱਕਿਆ। ਕੋਈ ਬੰਦਾ ਰਾਏ ਅਹਿਮਦ ਖਾਨ ਖਰਲ ਹੈ, ਕਿਸਾਨ ਹੈ, 80 ਸਾਲ ਦਾ ਬਾਬਾ ਹੈ। ਤੁਸੀਂ ਗੱਲ ਕਰੋ 80 ਸਾਲ ਦਾ ਬਾਬਾ ਹੈ, ਉਹਨੇ ਅੱਧੇ ਤੋਂ ਜ਼ਿਆਦਾ ਪੰਜਾਬ ਆਜ਼ਾਦ ਕਰਾ ਲਿਆ। 3 ਮਹੀਨੇ ਤੱਕ ਪੰਜਾਬ ਦਾ ਰਾਜ ਨਹੀਂ ਸੀ। 80% ਪੰਜਾਬ ਦੇ ਉੱਤੇ ਅੰਗਰੇਜ਼ ਦਾ ਰਾਜ ਨਹੀਂ ਸੀ। ਜਿਹੜੀ ਗੱਲ ਮੈਂ ਸ਼ੇਅਰ ਕਰਨਾ ਚਾਹ ਰਿਹਾ ਪੋਲੀਟੀਕਲ ਥਾਟ ਦਾ ਇਵੋਲੂਸ਼ਨ ਕਿਸ ਤਰ੍ਹਾਂ ਹੁੰਦਾ ਹੈ, ਨਜ਼ਰੀਆ ਆਈਡੀਓਲੋਜੀ ਸੋਚ ਕਿਸ ਤਰ੍ਹਾਂ ਜਨਮ ਲੈਂਦੀ, ਕਿੱਥੋਂ ਇਹਦੀ ਕੁੱਖ ਕੀ ਹੈ, ਇਹ ਕਿੱਥੋਂ ਇਹ ਪੈਦਾ ਹੁੰਦੀ। ਇਹ ਫਿਕਰ ਸੋਚ ਨਜ਼ਰੀਆ ਆਈਡੀਓਲੋਜੀ ਦਾਨਿਸ਼ ਦੇ ਕਲਮ 'ਚ ਜਨਮ ਲੈਂਦੀ। ਇਹ ਤੁਹਾਡੇ 'ਚੋਂ ਲਿਖਣ ਵਾਲਿਆਂ ਦੇ ਕਲਮ 'ਚ ਜਨਮ ਲੈਂਦੀ। ਪੰਜਾਬੀਆਂ ਦਾ ਕਲਮ, ਪੰਜਾਬੀਆਂ ਦੀ ਸੋਚ, ਪੰਜਾਬੀਆਂ ਦੀ ਕਮਿਟਮੈਂਟ, ਪੰਜਾਬੀਆਂ ਦਾ ਇਤਿਹਾਸ ਜਾਂ ਪੰਜਾਬੀਆਂ ਦਾ ਜਿਹੜਾ ਸੋਚ ਫਿਕਰ ਫਲਸਫਾ ਕਲਚਰ ਪਿਛਲੇ 5000 ਸਾਲ ਤੋਂ ਚੁੱਕ ਕੇ ਦੇਖ ਲਓ। ਹਰ ਸ਼ੈ ਹੈ, ਇੱਕ ਸ਼ੈ ਨਜ਼ਰ ਨਹੀਂ ਆਉਂਦੀ। ਪੰਜਾਬ ਇਜ਼ ਮਾਈ ਮਦਰਲੈਂਡ and I will die for it and I will live for it. ਅਸੀਂ ਸਾਰੇ ਕੰਮ ਕੀਤੇ, ਅਸੀਂ ਕਿਧਰੇ ਨਹੀਂ ਆਖਿਆ ਕਿ ਪੰਜਾਬ ਮੇਰੀ ਧਰਤੀ ਮਾਂ ਹੈ। ਇਹਦਾ ਟ੍ਰੈਂਡ ਮੈਂ 4 ਸਾਲ ਪਹਿਲੇ ਫੇਸਬੁੱਕ ਤੇ ਪਾਇਆ, ਹੁਣ ਹਰ ਬੰਦਾ ਝੰਡਾ ਚੁੱਕੀ ਬੈਠਾ ਪੰਜਾਬ ਮੇਰੀ ਧਰਤੀ ਮਾਂ ਹੈ। ਗੱਲ ਇਹ ਕਿ ਸੋਚ ਦਾ ਇਵੋਲੂਸ਼ਨ ਚਾਹੀਦਾ, ਦੁਨੀਆ ਕਿੱਧਰ ਜਾ ਰਹੀ ਹੈ। ਮਦਰਲੈਂਡ ਪੰਜਾਬ, ਅਸੀਂ ਇਹਦਾ ਹਸ਼ਰ ਕੀ ਕੀਤਾ।
ਅੱਜ ਦਾ ਪਾਕਿਸਤਾਨ ਜਿਹੜਾ ਇਸ ਨਾਲੋਂ ਵੱਡਾ ਸੀ ਸਾਡਾ ਪੰਜਾਬ। ਪਾਰਟੀਸ਼ਨ ਤੋਂ ਪਹਿਲਾਂ ਰਣਜੀਤ ਸਿੰਘ ਦਾ ਜੰਮੂ ਕਸ਼ਮੀਰ, ਤੁਸੀਂ ਆਪਣੀ ਜ਼ੁਬਾਨ ਦੇ ਲਹਿਜੇ ਦੇਖੋ, ਪੰਜਾਬੀ ਜ਼ੁਬਾਨ ਦਾ ਤੁਸੀਂ ਖਿਲਾਰ ਦੇਖੋ, ਇਹਦਾ ਤੁਸੀਂ ਇਲਾਕਾ ਦੇਖੋ। ਪੂਰਾ ਜਿਹੜਾ ਪਿਸ਼ਾਵਰ ਹੈ, ਹਰੀਪੁਰ ਤੇ ਪਿਸ਼ਾਵਰ ਤੱਕ ਇਹ ਸਾਰਾ ਵੈਸਟ ਪੰਜਾਬ, ਟਾਂਗ ਬੰਨੂ, ਡੇਰਾ ਸਮੈਟ ਸਾਰਾ ਪੰਜਾਬੀ ਇਲਾਕਾ ਸੀ। ਵੈਸਟ ਪੰਜਾਬ ਸਾਰਾ, ਈਸਟ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ ਪੰਜਾਬ ਦਾ ਸ਼ਹਿਰ, ਪੰਜਾਬੀ ਸ਼ਹਿਰ, ਜੰਮੂ ਕਸ਼ਮੀਰ, ਇਹ ਸਾਰੇ ਪੰਜਾਬੀ ਜ਼ੁਬਾਨ ਦੇ ਲਹਿਜੇ ਨੇ। ਰਾਈਟ ਅਪ ਟੂ ਬੈਂਕਸ ਆਫ ਰਿਵਰ ਯਮੁਨਾ ਦੇ ਕੰਢਿਆਂ ਤੱਕ ਸਾਰਾ ਪੰਜਾਬ ਹੈ। ਕੋਈ ਮੰਨੇ ਨਾ ਮੰਨੇ, ਕਿਸੇ ਨੂੰ ਬੁਰਾ ਲੱਗੇ ਨਾ ਲੱਗੇ, ਮੈਂ ਆਪ ਸਮਝਦਾ ਕਿ ਇੰਡੀਆ ਯਮੁਨਾ ਪਾਰ ਹੈ। ਇਹ ਵੰਡਸ ਵੈਲੀ ਇੱਕ ਤਹਿਜ਼ੀਬ ਹੈ, ਇੱਕ ਸਿਵਲਾਈਜੇਸ਼ਨ ਹੈ। ਇਹਨੂੰ ਟੋਟੇ ਕੀਤਾ ਗਿਆ, ਇਹਨੂੰ ਵੱਡਿਆ ਟੁੱਕਿਆ ਗਿਆ, ਬੜਾ ਸਿਸਟਮੈਟਿਕਲੀ ਪਲਾਨ ਕਰਕੇ ਇਹਨੂੰ ਫੇਜ਼ ਆਊਟ ਕੀਤਾ। ਨਥਿੰਗ ਅਗੇਂਸਟ ਐਨੀਬਡੀ, ਇੰਡੀਆ ਵੀ ਸਾਡੇ ਲੋਕਾਂ ਦਾ ਮੁਲਕ ਹੈ, ਵੀ ਰਿਸਪੈਕਟ ਇੰਡੀਆ ਵੀ, ਪਾਕਿਸਤਾਨ ਵੀ ਸਾਡੇ ਲੋਕਾਂ, ਜੋ ਬਣ ਗਿਆ ਸੋ ਬਣ ਗਿਆ। ਨਿਤਾਰਾ ਮੈਂ ਇਸ ਗੱਲ ਦਾ ਕਰ ਰਿਹਾ ਕਿ ਅਸੀਂ ਕਦੀ ਓਨ ਨਹੀਂ ਕੀਤਾ ਗਦਰੀ ਬਾਬਿਆਂ ਦੀ ਮੂਵਮੈਂਟ। ਤੁਸੀਂ ਪੰਜਾਬੀਆਂ ਦੇ ਕੰਮ ਦੇਖੋ, ਬੜੇ ਬੜੇ ਕੰਮ ਕੀਤੇ ਨੇ, ਮੈਂ ਇਸੇ ਵੱਲ ਆ ਰਿਹਾ। ਗਦਰੀ ਬਾਬਿਆਂ ਦੀ ਮੂਵਮੈਂਟ ਕਿੱਥੋਂ ਟੁਰੇ, ਕਿੱਥੇ ਆ ਕੇ ਸੈਟਲ ਹੋਏ, ਕਿੱਥੇ ਕੈਲੀਫੋਰਨੀਆ, ਕਿੱਥੇ ਵੈਸਟ ਕੋਸਟ, ਕਿੱਥੇ ਪੰਜਾਬ, ਤੇ ਆਰਡੀਨਰੀ ਲੋਕ ਸਨ ਪਰ ਐਕਸਟਰਾਆਰਡੀਨਰੀ ਕੰਮ ਕਰ ਗਏ, ਐਕਸਟਰਾਆਰਡੀਨਰੀ ਕੰਮ ਕਰ। ਸਾਰੀ ਦੁਨੀਆ ਦੀ ਤਹਿਰੀਕਾਂ ਨਾਲ ਉਹਨਾਂ ਨੇ ਜੋੜਿਆ, ਗਦਰੀ ਬਾਬਿਆਂ ਦੀ ਮੂਵਮੈਂਟ ਜੁੜੀ। ਉਸ ਤੋਂ ਬਾਅਦ ਤੁਸੀਂ ਪੰਜਾਬ ਵਾਪਸ ਚਲੇ ਜਾਓ, ਫਿਰ ਇਸੇ ਤੋਂ ਇਹ ਬੇਸਿਕਲੀ ਤੇ ਵਾਪਸ ਜਦੋਂ ਤੁਸੀਂ ਪੰਜਾਬ ਜਾਂਦੇ ਹੋ, ਇਹੀ ਲੋਕ ਜਦੋਂ ਪੰਜਾਬ ਗਏ, ਇਹਨਾਂ ਨੇ ਫਿਰ ਤਹਿਰੀਕ ਆਜ਼ਾਦੀ ਦਾ ਉੱਥੇ ਮੁੱਢ ਬਣਿਆ। ਉਸ ਤੋਂ ਬਾਅਦ ਦੂਜਾ ਵੱਡਾ ਸਟੈਪ ਆਉਂਦਾ ਹੈ, ਚੱਲ ਪਈ ਤਹਿਰੀਕ, ਸਾਰੇ ਮਾਰੇ ਗਏ। ਜਿਹੜੇ ਪੰਜਾਬ ਗਏ ਵਾਪਸ, ਉਹਨਾਂ ਨੂੰ ਫਾਈਆਂ ਲੱਗੀਆਂ, ਕੈਦਾਂ ਹੋਈਆਂ, ਕਾਲਾ ਪਾਣੀ ਗਏ, ਸਾਰੇ ਮਾਰੇ ਮੁਰੇ ਗਏ। ਕਾਮਾਗਾਟ ਅਮਾਰੂ ਦਾ ਵਾਕਿਆ ਹੋਇਆ, ਸਾਰਾ ਕੁਝ। ਅਗਲਾ ਜਿਹੜਾ ਸਾਡੇ ਕੋਲ ਫੇਜ਼ ਆਉਂਦਾ, ਉਹ ਫੇਜ਼ ਆਉਂਦਾ ਹੈ ਕਿੱਥੇ ਪੰਜਾਬ ਨਜ਼ਰ ਆਉਂਦਾ ਹੈ ਉੱਠਦਾ ਪਿਆ। ਇੱਕ ਹੋਰ ਗੱਲ ਕਿ ਪੰਜਾਬ ਨੂੰ ਹਮੇਸ਼ਾ ਦਬਾਇਆ ਗਿਆ। ਪੰਜਾਬ ਦੇ ਜਦੋਂ ਕੋਈ ਪੰਜਾਬ 'ਚ ਸ਼ੈ ਹੋਣ ਲੱਗਦੀ ਹੈ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ, ਬਹੁਤ ਸਾਰੀਆਂ ਕੁਫਤਾਂ ਇਕੱਠੀਆਂ ਹੋ ਕੇ ਉਹਨੂੰ ਰਗੜ ਛੱਡਦੀਆਂ। ਦੂਸਰਾ ਵੱਡਾ ਜਿਹੜਾ ਆਵਾਜ਼ ਆਈ ਪੰਜਾਬ 'ਚੋਂ, ਲੀਡਰਸ਼ਿਪ ਦੀ ਕਿਆਦਤ ਉੱਠੀ, ਉਹ ਸੀ ਭਗਤ ਸਿੰਘ ਸ਼ਹੀਦ। ਜਿਸ ਸਵੇਰ ਦੇ ਟਾਈਮ ਬਲਕਿ ਅੱਧੀ ਰਾਤ ਦੇ ਨੇੜੇ ਭਗਤ ਸਿੰਘ ਨੂੰ ਫਾਈ ਦਿੱਤੀ ਗਈ। ਉਸ ਸ਼ਾਮ ਕਰਾਚੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੀਟਿੰਗ ਹੋ ਰਹੀ ਸੀ ਕਰਾਚੀ 'ਚ। ਗਾਂਧੀ ਸਾਹਿਬ ਦੀ ਸਦਾਰਤ ਕਰ ਰਹੇ ਸਨ, ਗਾਂਧੀ ਜੀ ਸਦਾਰਤ ਕਰ ਰਹੇ ਸਨ। ਗਾਂਧੀ ਜੀ ਚਾਹੁੰਦੇ ਤੇ ਭਗਤ ਸਿੰਘ ਨੂੰ ਬਚਾ ਸਕਦੇ ਸਨ। ਇਹ ਵੀ ਅਜੇ ਤੱਕ ਪ੍ਰੂਫ ਕਿਧਰੇ ਨਹੀਂ ਹੋਇਆ ਕਿ ਜਿਹੜੀ ਗੋਲੀ ਮਾਰੀ ਗਈ ਸੀ ਉਹਨੂੰ, ਗੋਰੇ ਨੂੰ, ਉਹ ਵਾਕਈ ਭਗਤ ਸਿੰਘ ਨੇ ਚਲਾਈ ਸੀ ਜਾਂ ਕਿਸ ਨੇ ਚਲਾਈ। ਕਿਧਰ ਕੋਈ ਰਿਕਾਰਡ ਦੀ ਕੋਈ ਚੀਜ਼ ਮੌਜੂਦ ਨਹੀਂ। ਐਨੀਵੇ ਸਾਡਾ ਮਕਸਦ ਉਹ ਉਸ ਨੂੰ ਡਿਸਕਸ। ਜਦੋਂ ਭਗਤ ਸਿੰਘ ਦਾ ਬੇਸਿਕਲੀ ਇਹ ਪੰਜਾਬ ਦੀ ਲੀਡਰਸ਼ਿਪ ਨੂੰ ਕ੍ਰਸ਼ ਕਰਨ ਦਾ ਇੱਕ ਹੈ ਸੀ। ਜੇ ਭਗਤ ਸਿੰਘ ਰਹਿ ਜਾਂਦਾ, ਹਿੰਦੁਸਤਾਨ ਦਾ ਨਕਸ਼ਾ ਹੋਰ ਹੋਣਾ ਸੀ। ਅੱਜ ਪਾਕਿਸਤਾਨ ਨਹੀਂ ਸੀ ਹੋਣਾ, ਹਿੰਦੁਸਤਾਨ ਦਾ ਨਕਸ਼ਾ ਹੋਰ ਹੋਣਾ ਸੀ। ਸਾਡੀ ਉਹ ਫਿਲਾਸਫੀ, ਪੰਜਾਬੀਆਂ ਦੀ ਉਹ ਫਿਕਰ ਸੋਚ ਉੱਪਰ ਆ ਜਾਣੀ ਸੀ ਜਿਹਨੇ ਫਿਰਕਾਵਾਰੀਅਤ ਦੀ, ਕਮਿਊਨਲਿਜ਼ਮ ਦੀ ਨੂੰ ਲਿਟਰਲੀ ਵਾਈਪ ਆਊਟ ਕਰ ਛੱਡਣਾ ਸੀ। ਐਨੀਵੇਜ਼ ਮੈਂ ਆ ਰਿਹਾ ਇੱਧਰ ਆਪਣੀ ਫਿਲਾਸਫੀ ਵੱਲ ਕਿ ਸੋਚ ਕੇ ਹਰ ਜਗ੍ਹਾ ਤੇ ਪੰਜਾਬੀਆਂ ਦੀ ਕਮਿਟਮੈਂਟ ਹੈ। ਇੰਡੀਆ ਦੇ ਉਹਦੇ ਵਿੱਚ ਤਹਿਰੀਕ ਸੀਗੀ, ਆਪਣਾ ਮੁਲਕ ਬਣਾਇਆ, ਦੇਸ਼ ਬਣਾਇਆ, ਆਜ਼ਾਦੀ ਦੀਆਂ ਜੰਗਾਂ ਲੜੀਆਂ, ਬੜੇ ਕਾਰਨਾਮੇ ਕੀਤੇ। ਭਗਤ ਸਿੰਘ ਜੀ ਵੱਡਾ ਮਹਾਨ ਸ਼ਹੀਦ, ਜੋ ਕੁਝ ਵੀ, ਉਹਦੇ ਕੱਦ ਕਾਠ ਦਾ ਕੋਈ ਬੰਦਾ ਨਹੀਂ ਹੈਗਾ ਪੂਰੇ ਇੰਡੀਆ ਦੀ ਤਾਰੀਖ 'ਚ। ਇੰਡੀਜੀਨੀਅਸ ਰੂਲਰਸ, ਅਗਲੇ ਦਿਨ ਮੈਂ ਬੈਠਾ, ਪ੍ਰੈਜੂਡਿਊਸਸ ਹੈਗੇ ਨੇ, ਨਥਿੰਗ ਅਗੇਂਸਟ ਐਨੀਬਡੀ। ਉੱਥੇ ਪਾਕਿਸਤਾਨ ਦੇ ਟੀਵੀ ਚੈਨਲ ਤੇ ਬਹੁਤ ਵੱਡਾ ਇੱਕ ਦਾਨਿਸ਼ਵਰ ਹੈਗਾ, ਮੈਂ ਨਾਮ ਨਹੀਂ ਲੈਣਾ ਉਹਦਾ ਚਾਹੁੰਦਾ, ਉਹ ਉੱਥੇ ਸੌਰਟ ਆਊਟ ਕਰ ਰਹੇ ਸਨ, ਉਹ ਗੱਲਾਂ ਕਰ ਰਹੇ ਸਨ ਕਿ ਇੰਡੀਆ ਵਿੱਚ ਅੱਜ ਤੱਕ ਪਿਛਲੇ 5000 ਸਾਲ ਦੀ ਤਾਰੀਖ 'ਚ ਹੋਇਆ ਕੌਣ ਜਿਹਨੇ ਰੂਲ ਕੀਤਾ ਹੋਵੇ, ਜਿਹਨੇ ਕੋਈ ਲੋਕਲ ਰੂਲਸ ਦਿੱਤੇ ਹੋਣ, ਰਿਫਾਰਮਸ ਕੀਤੇ ਹੋਣ, ਕੋਈ ਅੱਛਾ ਰੂਲਰ ਗੁਜ਼ਰਿਆ ਹੋਵੇ, ਜਿਹਨੇ ਸਟੇਟ ਨੂੰ ਰਨ ਕੀਤਾ ਹੋਵੇ, ਸਟੇਟਸ ਬਣਾ ਹੋਵੇ। ਉਹ ਦੋ ਬੰਦਿਆਂ ਦੇ ਨਾਂ ਲੈ ਰਹੇ ਸਨ, ਟੀਪੂ ਸੁਲਤਾਨ ਦਾ ਤੇ ਸਿਰਾਜੁੱਦੌਲਾ ਦਾ। ਟੀਪੂ ਸੁਲਤਾਨ ਦੇ ਓਰੀਜਨਸ ਵੀ ਟ੍ਰੇਸ ਕਰੋ ਤੇ ਪੰਜਾਬ ਦੀਆਂ ਨੇ, ਜੱਟ ਸੀ। ਉਸ ਤੋਂ ਬਾਅਦ ਦੂਜਾ ਜਿਹੜਾ ਬੰਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ, ਪ੍ਰੈਜੁਡਿਸ, ਮਤਲਬ ਇਹਦੇ ਗੱਲ ਖਿਲਾਫ ਹੈ ਕਿ ਉਸ ਮੁਸਲਮਾਨ ਕਿਸੇ ਸਿੱਖ ਨੂੰ ਜਾਂ ਹਿੰਦੂ ਨੂੰ ਐਪਰੀਸ਼ੀਏਟ ਕਰੇ। ਇਹ ਮੁਸਲਮਾਨਾਂ ਨੂੰ ਕੁਝ ਪ੍ਰੋਬਲਮ ਹੈ ਤੇ ਕੁਝ ਇਧਰ ਦੂਜਿਆਂ ਨੂੰ ਵੀ ਪ੍ਰੋਬਲਮ ਹੈ। ਮਤਲਬ ਦੋਨਾਂ ਪਾਸੇ ਤਿੰਨਾਂ ਬਸ ਬਣ, ਹਿੰਦੂ ਸਿੱਖ ਮੁਸਲਮਾਨ ਸਹੀ। ਜਿਹੜਾ ਗਲਤ ਬੋਲੇਗਾ ਮੈਂ ਤੇ ਜ਼ਾਹਿਰ ਉਹਦੇ ਖਿਲਾਫ ਬੋਲਣਾ ਹੀ ਹੈ, ਮੇਰਾ ਤੇ ਦੀਨ ਮਜ਼ਹਬੀ ਹੈਗਾ। ਉਹ ਕਹਿ ਰਹੇ ਸਨ ਜੀ ਤੀਜਾ ਕੋਈ ਹੈ ਹੀ ਨਹੀਂ, ਨਾ ਦੱਸੋ। ਹੁਣ ਮੈਂ ਚੈਨਲ ਤੇ ਨਹੀਂ ਸਾ ਬੈਠਾ, ਉਸ ਤੋਂ ਪਹਿਲੇ ਇੱਕ ਬੰਦਾ ਸ਼ੋਕਾ, ਖਾਲਿਸ ਪੰਜਾਬੀ ਬੰਦਾ ਸੀ। ਉਸ ਤੋਂ ਬਾਅਦ ਤੀਜਾ ਬੰਦਾ ਸੀ ਰਣਜੀਤ ਸਿੰਘ। ਹਿੰਦੁਸਤਾਨ ਦੀ ਤਾਰੀਖ 5000 ਦੀ ਤਾਰੀਖ 'ਚ ਇਹੋ ਜਿਹਾ ਕੋਈ ਬੰਦਾ ਐਡਮਿਨਿਸਟ੍ਰੇਟਰ ਨਹੀਂ ਗੁਜ਼ਰਿਆ। ਇੰਟੈਲੀਜੈਂਟ, ਐਕਸਟ੍ਰੀਮਲੀ ਜੀਨੀਅਸ ਬੰਦਾ ਸੀ, ਇੰਡੀਜੀਨੀਅਸ ਲੋਕਲ। ਤੁਸੀਂ ਤਾਰੀਖ ਚੁੱਕ ਲਓ, ਤੁਸੀਂ ਰਣਜੀਤ ਸਿੰਘ ਦਾ ਮੈਚ ਨਹੀਂ ਪਾ ਸਕਦੇ। ਇੱਕ ਉਸ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਜੀ ਕਿਸੇ ਨੇ ਮੁਲਕ ਨਹੀਂ ਚਲਾਇਆ, ਕੋਈ ਰਿਫਾਰਮਸ ਹੀ ਕੀਤੀਆਂ। ਸ਼ੇਰ ਸ਼ਾਹ ਸੂਰੀ
ਪਠਾਨ ਉਹਦਾ ਲੇਬਲ ਲੈਂਦੇ ਨੇ, ਉਹ ਕਹਿ ਪਠਾਨ ਨਹੀਂ। ਮੇਰੇ ਪਿੰਡ ਦੇ ਨਾਲ ਖੁਸ਼ਾਬ ਸੇ ਪੈਦਾ ਹੋਇਆ ਸੀ, ਮੈਂ ਤੁਹਾਨੂੰ ਪੰਜਾਬੀ ਕਹਾਂਗਾ। ਚਾਚੇ ਦੀ ਜਾਗੀਰ ਸੀ। ਸ਼ੇਰ ਸ਼ਾਹ ਸੂਰੀ ਪੰਜਾਬੀ ਬੰਦਾ ਸੀ, ਪੂਰਾ ਹਿੰਦੁਸਤਾਨ ਰਿਫਾਰਮ ਕਰ ਦਿੱਤਾ। ਜੇ ਸ਼ੇਰ ਸ਼ਾਹ ਸੂਰੀ ਵੀ ਰਹਿੰਦਾ ਤੇ ਹਿੰਦੁਸਤਾਨ ਦਾ ਨਕਸ਼ਾ ਹੋ ਰਿਹਾ ਸੀ। ਤਾਂ ਬਹੁਤ ਸਾਰੀਆਂ ਤਾਰੀਖ ਦੀਆਂ ਗੱਲਾਂ, ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲੋਂ ਲੁਕਾਈਆਂ ਜਾਂਦੀਆਂ ਨੇ। ਨਸਲੀ ਲਿਸਾਨੀ ਫਰਕਵਾਰਾਨਾ ਜਿਹੜੇ ਤਸਬਾਤ ਨੇ, ਉਹਨਾਂ ਨੇ ਪੰਜਾਬ ਨੂੰ ਡੈਮੇਜ ਕੀਤਾ। ਮੇਰੀ ਸਿਰਫ ਇੰਨੀ ਗੁਜ਼ਾਰਿਸ਼ ਹੈ ਕਿ ਕੁਝ ਧਰਤੀ ਮਾਂ ਵੱਲ ਵੀ ਖਿਆਲ। ਪੰਜਾਬ ਸਾਡੀ ਧਰਤੀ ਮਾਂ ਹੈ। ਪੰਜਾਬ ਦੇ ਵੱਡ ਟੋਟੇ ਕਰਕੇ ਅਸੀਂ ਆ ਛੋਟੇ ਛੋਟੇ ਟੋਟੇ ਲੈ ਕੇ ਬੈਠੇ ਹਾਂ, ਪਰ ਮੇਰੇ ਦਿਲ ਵਿੱਚ ਤੇ ਮੇਰੀ ਰੂਹ 'ਚ ਤੇ ਰੱਬ ਸੱਚਾ ਜਿਹਨੇ 5 ਦਰਿਆ ਸਾਨੂੰ ਦਿੱਤੇ ਨੇ, ਉਹ ਪੰਜਾਬ ਮੌਜੂਦ ਹੈ। ਕੋਈ ਪਤਾ ਨਹੀਂ ਦੁਨੀਆ ਦੇ ਨਕਸ਼ੇ ਕਦੋਂ ਬਦਲ ਜਾਣ, ਇਹ ਤੇ ਉਹਦੇ ਹੱਥ ਹੈ। ਮੈਂ ਹੁਣ ਪੇਪਰ ਨਹੀਂ ਪੜ੍ਹਾਂਗਾ, ਤੁਹਾਡਾ ਬਹੁਤ ਟਾਈਮ ਲੈ ਲਿਆ। ਥੈਂਕ ਯੂ ਵੈਰੀ ਮਚ। ਸਾਡੀ ਮਹਿਫਲ ਦੇ ਵਿੱਚ ਬੜੇ ਹੀ ਵੱਡੇ ਸੂਝਵਾਨ, ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ। ਦੇਵ ਦੂਰੇ ਸਾਹਿਬ ਬੈਠੇ ਹੋਏ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਉਹ ਆਮਣ ਤੇ ਗੱਲਬਾਤ ਕਰਨ। ਬਹੁਤ ਹੀ ਮੁਹਤਰਮ ਦੇਵ ਦੂਰੇ ਸਾਹਿਬ, ਪਲੀਜ਼। ਹੈਗੀ ਆ ਕਿ ਗਦਰੀ ਬਾਬਿਆਂ ਬਾਰੇ ਅਸੀਂ ਜਿੰਨਾ ਵੀ ਉਹਨਾਂ ਦਾ ਸਤਿਕਾਰ ਕਰੀਏ ਘੱਟ ਹੈ, ਕਿਉਂਕਿ ਬਹੁਤ ਥੋੜੇ ਜਿਹੇ ਬੰਦਿਆਂ ਨੇ ਬ੍ਰਿਟਿਸ਼ ਸਾਮਰਾਜ ਦੇ ਖਿਲਾਫ, ਜਿਹਦੇ ਤੇ ਕਹਿੰਦੇ ਵੀ ਉਸ ਵੇਲੇ ਸੂਰਜ ਨਹੀਂ ਸੀ ਡੁੱਬਦਾ, ਜਿਹਦੇ ਵਿੱਚ ਬਗਾਵਤ ਦਾ ਐਲਾਨ ਕਰ ਦਿੱਤਾ। ਔਰ ਇੰਨੇ ਕੌਨਫੀਡੈਂਸ ਨਾਲ ਕੀਤਾ ਕਿ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਅਸੀਂ ਇਹਨੂੰ ਜ਼ਰੂਰ ਖਤਮ ਕਰ ਦੇਵਾਂਗੇ। ਤੇ ਉਹਨਾਂ ਦੇ ਅਖਬਾਰ ਦੇ ਉੱਤੇ ਲਿਖਿਆ ਹੁੰਦਾ ਸੀ ਵੀ ਜਿਹੜਾ ਵੀ ਜੁਆਇਨ ਕਰੂਗਾ ਉਹਦਾ ਅਵਾਰਡ ਮੌਤ ਹੋਊਗੀ, ਪਰ ਫਿਰ ਵੀ ਜੁਆਇਨ ਕਰ ਦੇਣਾ। ਤੇ ਅਸੀਂ ਪਿਛਲੇ ਕੁਝ ਸਮੇਂ ਤੋਂ ਇਹ ਗੱਲ ਸੋਚਦੇ ਆ ਰਹੇ ਹਾਂ ਕਿ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹ ਤਾਂ ਖਤਮ ਹੋ ਗਈ, ਜਿਹੜੀ ਕਲੋਨੀਅਲਿਜ਼ਮ ਸੀਗਾ ਬਾਹਰਲਾ ਐਕਸਟਰਨਲ। ਪਰ ਅਜੇ ਜਿਹੜੀ ਡੈਮੋਕ੍ਰੇਸੀ ਆ, ਮੈਨੂੰ ਹਿੰਦੁਸਤਾਨ ਬਾਰੇ ਜ਼ਿਆਦਾ ਪਤਾ। ਉਹ ਤਾਂ ਅੱਜ ਕੱਲ੍ਹ ਅਸੀਂ ਮੈਂ ਕਾਫੀ ਪਾਕਿਸਤਾਨ ਦੀ ਨਿਊਜ਼ ਵਾਚ ਕਰਦੇ ਹਾਂ, ਉੱਥੇ ਵੀ ਬਹੁਤ ਵੱਡੀ ਪ੍ਰੋਬਲਮ ਹੈ। ਜਿਹੜੀ ਟਰੂ ਡੈਮੋਕ੍ਰੇਸੀ ਹੈ ਨਾ, ਉਹ ਬਿਲਕੁਲ ਹੈ ਨਹੀਂ। ਉਹਦੇ ਵਿੱਚ ਇੱਕ ਦੋ ਕਾਰਨ ਹੈਗੇ। ਇੱਕ ਤਾਂ ਇਹ ਆ ਕਿ ਅਜੇ ਸਾਡੇ ਕੋਲ ਓਰੀਜਨਲ ਆਈਡੀਆਜ਼ ਵਾਲੇ ਸੋਸ਼ਲ ਸਾਇੰਟਿਸਟ ਜਿਹੜੇ ਆ ਨਾ, ਉਹ ਅਸੀਂ ਪੈਦਾ ਨਹੀਂ ਕੀਤੇ ਬਹੁਤੇ ਜ਼ਿਆਦਾ, ਔਰ ਨਾ ਅਸੀਂ ਐਨਕਰੇਜ ਕਰਦੇ ਹਾਂ। ਅਸੀਂ ਯੂਨੀਵਰਸਲ ਥਿੰਕਿੰਗ ਰੱਖਦੇ ਹਾਂ, ਸਾਰੇ ਬੰਦੇ ਸਾਡੇ ਲਈ ਸੇਮ ਆ, ਚਾਹੇ ਯੂਰਪੀਅਨ ਹੈ ਚਾਹੇ ਕੋਈ ਵੀ ਆ। ਪਰ ਫਿਰ ਵੀ ਸਾਨੂੰ ਖਾਸ ਕਰ ਜਿੱਦਾਂ ਉਹਨਾਂ ਨੇ ਗੱਲ ਕਹੀ ਆ ਪੰਜਾਬ ਬਾਰੇ, ਸਾਨੂੰ ਆਪਣੇ ਕੁਝ ਇੰਡੀਜਨਸ ਆਈਡੀਆਜ਼ ਜਿਹੜੇ ਸਾਡੀ ਹਕੀਕਤ ਦੇ ਉੱਤੇ ਲਾਗੂ ਹੁੰਦੇ ਹੋਣ, ਉਹਨਾਂ ਨੂੰ ਲਿਆਉਣ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੇਵ ਦੂਰੇ ਸਾਹਿਬ ਨੇ ਬੜੀਆਂ ਵਧੀਆ ਕਿਤਾਬਾਂ ਵੀ ਲਿਖੀਆਂ ਨੇ, ਬਹੁਤ ਸੋਹਣੀ ਗੱਲਬਾਤ ਕਰਦੇ ਨੇ। ਔਰ ਇੱਕ ਡਾਇਲੌਗ ਫੋਰਮ ਇਹਨਾਂ ਦੇ ਨਾਲ ਅਸੀਂ ਚਲਾ ਰਹੇ ਹੈਗੇ ਔਰ ਉਹਨੂੰ ਅੱਗੇ ਵਧਾਵਾਂਗੇ। ਹੁਣ ਮੈਂ ਹਮੀਦ ਬਸ਼ਾਨੀ ਸਾਹਿਬ ਨੂੰ ਰਿਕਵੈਸਟ ਕਰਨਾ, ਬਰਿਸਟਰ ਹਮੀਦ ਬਸ਼ਾਨੀ, ਐਕਟਿਵਿਸਟ, ਸਾਊਥ ਏਸ਼ੀਅਨ ਪੀਪਲਸ ਫੋਰਮ ਦੇ ਡਾਇਰੈਕਟਰ, ਬੜੇ ਸੋਹਣੇ ਰਾਈਟਰ, ਤੇ ਉਹ ਇਹਨਾਂ ਸਾਰੀਆਂ ਗੱਲਾਂ ਤੇ ਗਦਰੀ ਬਾਬਿਆਂ ਦੀ ਮੂਵਮੈਂਟ ਸਭ ਦੇ ਉੱਤੇ ਵੀ ਨਿਗਾਹ ਰੱਖਦੇ ਨੇ। ਬਰਿਸਟਰ ਹਮੀਦ ਬਸ਼ਾਨੀ ਸਾਹਿਬ, ਪਲੀਜ਼। पहली महफिल तकी है जिस गांधी जी की भी गदरी बाबियों की भी एक ही जगह पर तारीफ हो रही है। इट्स वेरी इंटरेस्टिंग कि ज़माना जोड़ा है वो किस तरीके नाल बदल गया है, स्टार्टिंग फ्राम 1913 टू 2013। जोड़े साढ़े नज़रियात हैं, कैंप्स हैं, और जोड़े साढ़े सोचने के अंदाज हैं, उहदे एक बहुत ही रेवोल्यूशनरी चेंज में इसनों कहांगा। आई वॉज रियली इंप्रैस्ड, क्योंकि यही गल आज तो अगर 30 साल पहले एक महफिल भी होंगी उत्थे जूते चलने शुरू होंगे जी, तुसी किस तरह जनाब गांधी साहब की तारीफ करते और जनाब गदरी बाबे जड़े उन्होंने महफिल सजाई है, तुम भी जिस तरह की गल जी है करने की जरूरत किस तरह करती है। मैं समझदा कि एक स्टैप है मैच्योरिटी का और इसकी मजीद जरूरत है सानू। लेकिन इसका मतलब ये नहीं कि असा सच बोलना छड़ देना चाहिए, उसको भी नाल नाल बोलना चाहिए ताकि जड़ियाँ साड़ियाँ गलतियाँ हैं, कोताहियाँ हैं और जड़ी हिस्टरी में खुसूसन असां ब्लंडर किए हैं इस तरह, जिसकी वजह तो असी आज इस सिचुएशन में बैठे। जिस तरीके नाल तुसी इसनूं देख रहे हो, मैं देख रहा कि इहदे च एक तरह का गरूर और एक सैटिस्फैक्शन है कि गदरी बाबियां की स्ट्रगल की वजह तो या जो उन्होंने सैक्रीफाइस किया है उसकी वजह तो अज इत्थे असीं आराम नाल बैठे हैं। मैं इसनूं बिल्कुल इसका उलट देख रहा। मैं ये देख रहा कि साडा 100 साल ज़ाया हो गया। 100 साल बाद असी उत्थे ही बैठे हैं जिथे गदरी बाबे बैठे हैं। मैं कोई इस वास्ते नहीं कह रहा कि कोई अंग्रेज बुरे हैं या अमेरिकन बुरे हैं या कनेडियन बुरे हैं। मैं इसको अपनी कंट्री समझदा और मेरी सारे अलायंसिस जोड़े हैं इस नाल हैं।
ਲੇਕਿਨ ਮੈਂ ਆਪਣੇ ਐਥਨਿਕ origin ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਸਾਨੂੰ ਕੀ ਮਿਲਿਆ 100 ਸਾਲ ਦੀ ਜਿਹੜੀ ਸਾਡੀ ਸਟਰਗਲ ਹੈ, ਕੁਰਬਾਨੀਆਂ ਹਨ, ਉਸ ਦਾ ਕਿਆ ਕੋਈ ਚੀਜ਼ ਸਾਨੂੰ ਮਿਲੀ? ਇਸ ਨੂੰ ਸਮਝਣ ਵਾਸਤੇ ਮੈਂ ਸਮਝਦਾ ਕਿ ਪਹਿਲੇ ਅਸਾਂ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਗਦਰੀ ਬਾਬੇ ਹੈ ਸਨ, ਉਹਨਾਂ ਇਹ ਸਟਾਰਟ ਕਿਸ ਤੋਂ ਕੀਤਾ ਹੈ। ਉਸ ਨੂੰ ਥੋੜਾ ਜਿਹਾ ਇੱਕ ਸਾਇੰਸੀ ਨੁਕਤਾ ਨਜ਼ਰ ਨਾਲ ਅਗਰ ਤੁਸੀਂ ਦੇਖੋ ਤੇ ਬੁਨਿਆਦੀ ਤੌਰ ਤੇ ਉਹ ਜਿਹੜਾ ਹੈ ਮਾਸ਼ੀ ਔਰ ਸਮਾਜੀ, ਜਿਸ ਨੂੰ ਤੁਸੀਂ ਇਕਨੋਮਿਕ ਔਰ ਸੋਸ਼ਲ ਇਨਜਸਟਿਸ ਹੈ, ਉਸ ਦੇ ਸ਼ਿਕਾਰ ਹੈ ਸਾਨੂੰ। ਜ਼ਾਹਿਰ ਹੈ ਜਦੋਂ ਤੁਸੀਂ ਆਪਣਾ ਮੁਲਕ ਛੱਡਦੇ ਹੋ, ਆਪਣਾ ਵਤਨ ਛੱਡਦੇ ਹੋ ਰੋਜ਼ਗਾਰ ਦੀ ਤਲਾਸ਼ ਵਿੱਚ, लेबर करने वास्ते, रेलवे लाइन खोदने वास्ते, कान कनी करने वास्ते, इस तरह सख्त जॉब करने वास्ते तुसी अपनी फैमिली खानदान सब कुछ छड़ दे तो तुसां ताल्लुक लेबर क्लास नाल है। और वो भी लेबर क्लास जिसनों अपने विलेज विच, अपने टाउन, अपनी तहसील जॉब नहीं मिल सकता, वरना आदमी की कोशिश ये होती है कि अपने नज़दीक तरीन शहर में जॉब किया जाए। जदों तुसी कंटीनेंट छड्डदे हो तो मैं समझदा कि हाइट है अनफॉर्चुनेट और एक्सप्लॉइटेड होने की हाइट है कि तुसी अपना कंटीनेंट छड़ के सिर्फ रोजगार की तलाश से जड़ा इतने दूर जाते हो। उन्होंने बेसिक 80% लोग ऐसे है सन जेडे गदरी बाबे हैं, जितने तक मैं उन्होंने रिसर्च की, 80% गरीब लेबर क्लास किसान जिन्हें अपनी ज़मीनां बेच दी सन, वो लोग जिन्हों दी ज़मीनां जड़ियां हैं वो ये जेडे पैसे देने वाले लोग हैं उन्होंने कोल के कहते हो तुसी उन्होंने गिरव रखने वाले उन्होंने को रख दी सन, वो छुड़ाने वास्ते इस तरह के लोग हैं सन। अब इसी बहुत ही इंटरेस्टिंग चीज़ है कि उस तहरीक नूं अब क्या ये लेबर क्लास किसान मजदूर इस तरह के लोग इस तरह की एक इंटलेक्चुअल मिलिटेंट ऑर्गेनाइजेशन ज़ाहिर नहीं सन बना सकते। ये ऑर्गेनाइजेशन बनाने में जड़ा बर्कले यूनिवर्सिटी और अमेरिका और कैनेडा की यूनिवर्सिटियां जड़े साडे स्टूडेंट है सन, ये उन्होंने इहदे विच आइडियोलॉजिकल जड़ा है सी इनपुट और उन्होंने उस क्लास नाल कोई ताल्लुक नहीं सी। ठीक है, ज़ाहिर है लेबर क्लास ऑर्गेनाइजेशंस या आइडियोलॉजीज नूं तरतीब नहीं दे सकती और ਉਹਦੇ ਵਿੱਚ ਜ਼ਾਹਿਰ ਹੈ ਤੁਸਾਂ ਨੂੰ ਇਹ ਮੰਨਣਾ ਪਏਗਾ ਕਿ ਤਬਕੇ ਦਾ ਅੰਸਰ ਜ਼ਾਹਿਰ ਹੈ ਮੌਜੂਦ ਹੈ ਕਿ ਇੱਕ स्टूडेंट ਜਿਹੜਾ ਹੈ इतना रिच है कि इंडिया तो छोड़ के अमेरिका किसी यूनिवर्सिटी पढ़ रहा है तो ज़ाहिर है उसका लेबर क्लास नाल कोई ताल्लुक नहीं है। उस तो बाद जो ये मूवमेंट जिससे मैनू बहुत सारी चीज़ों नाल मैनू इख्तलाफ है और मैं चाहता हूँ कि मैं खुल के उसका इज़हार करूँ क्योंकि डायलॉग का मकसद यही होता है। फर्स्ट ऑफ ऑल ये जो गदर का इट्स लफ्स है ये ऑर्गेनाइजेशन का नहीं बल्कि उन्होंने जो रसाला है सी मैगजीन जो उन्होंने कढ़िया उसका है सी और वो पहले शुमारे के विच उन्होंने ये लिखा कि मिलिटेंसी इज़ द आंसर, जिते उन्होंने दवा की है कि जड़ा पेन और स्याही है इसकी जगह पे गन और खून की जरूरत है। मैं समझदा कि दुनिया की तारीख की चंद एक ऑर्गेनाइजेशन ऐसियां है सन जिन्होंने इतना ओपनली मिलिटेंसी नूं ब्लड शेड नूं और आर्म स्ट्रगल नूं जिहड़ा है वो इस तरीके नाल ब्लंटली पेश किया। आर्म स्ट्रगल तो सारे की उस जमाने होचिमन बाद की सारे की, लेकिन वो ये कहते सन जी कि असं सियासी तौर पर इस मॉनीटर कर रहे हैं, सियासत की सुपरविजन विच है। वो ये कहते सन कि साडा जिहड़ा लिखाई पढ़ाई है उसकी सुपरमेसी अपनी जगह पे कायम है, मिलिटेंसी उसके अंडर होनी चाहिए। एक चीज़ ये है जिससे मैंने इख्तलाफ है क्योंकि मैं नज़रियाती तौर पर समझदा हूँ कि नॉन वायलेंस जी है उसका कोई मुतबादल नहीं है, किसी भी ज़माने उसका कोई मुतबादल नहीं रहा क्योंकि जो स्टेट का ऑपरेशन होता है उसके मुकाबले कई दफ़ा तुसा हथियार भी उठाने पैंदे हैं और हिस्ट्री बहुत दफ़ा होया है कि कोई और रास्ता नहीं सी सिवाय हथियार उठाने के। नेचुरल जस्टिस है उस पर बिलीव करते हैं और असी डॉक्ट्राइन ऑफ फेयरनेस जोड़े उस पर बिलीव करते हैं, लेकिन ये जो दो ट्रायल होए लाहौर ट्रायल और कैलीफोर्निया ट्रायल ये बलंटली उन्होंने वायलेट किए ने सारे रूल। लाहौर दे विच जिहड़े लोग उन्होंने जजिस बिठाए उन्होंने एक्सरीज जी अंग्रेज़ों की ऐसी और उन्होंने पूरी उन्होंने फेयर ट्रायल दिते बगैर उन्होंने गल सुने बगैर जो बर्दाश्त किया है, इस पर मैं उन्होंने जोड़ा है क्रेडिट देंदा कि ये एक बहुत बड़ी जी है चीज़ है ऐसी। लेकिन तुसी ये देखो कि सारी तहरीक जी है 1913 तो शुरू होके तो 1920 को पहले आलमोस्ट डिसअपीयर हो गई। वैसे तो गदर पार्टी आज भी मौजूद है, उसके ग्रुप्स हैं, लेकिन जो तहरीक का जोर है ऐसी 1920 तो बाद असी नहीं देखते हैं किस्म की 3 घंटे की मूवी इस पर बन सकती है। वो किस वास्ते है कि ये जोड़े होर करैक्टर है सन, मसलन एक प्रोफेसर C.K. चक्रवर्ती साहब है सन जोड़े बहुत ही नाम किस्म के इस तहरीक के जो है ना जी तुसी उन्होंने पर्सनैलिटी कह सकते हो। उन्होंने जोड़ा है जर्मन को $60,000 लिया है और इस पर कोई बहस हो ही नहीं सकती कि नहीं लिया। उसकी वजह है कि उन्होंने खिलाफ सारे सबूत जोड़े पेश किए गए, कॉन्स्टिट्यूशन वास्ते तैयार होंगे उसनों वो डिस्करेज करते हैं।
मैं समझदा कि एक वक्त ऐसा आ गया सी कि सारी जिहड़ी गैदरिंग मूवमेंट है उस वक्त दी इसके उत्ते इस तरह के लोगों का, क्योंकि जिहड़े असल लोग है सन वो गिरफ्तार हो गए सन लाहौर विच, सिंगापुर विच, जापान विच, जिहड़े पुरखलूस लोग सन। बाद बाहर जिहड़े लोग बचे हैं अपार्टमेंट खरीदने वाले, मैं समझदा कि ਅਸੀਂ ਉਹਨਾਂ ਨੂੰ ਖਰਾਜ ਤਹਿਸੀਨ ਵੀ ਪੇਸ਼ ਕਰਦੇ ਹਾਂ, ਉਹਨਾਂ ਨੂੰ ਅਸੀਂ ਰਿਸਪੈਕਟ ਵੀ ਕਰਦੇ ਹਾਂ, ਬਟ ਉਸ ਦੇ ਨਾਲ ਨਾਲ ਅਸਾਂ ਆਪਣੀ ਜਦੋਜਹਿਦ ਜਿਹੜੀ ਸੱਚਾਈ ਔਰ ਇਨਸਾਫ ਵਾਸਤੇ ਹੈ ਉਸ ਨੂੰ ਜਾਰੀ ਰੱਖਣਾ ਚਾਹੀਦਾ। बशानी साहब दियाँ डूंघियां गल्लां सुनदियां मैनूं ख्याल आ रहा सी कि मैं इन्हां के बाद किन्हां नूं विनती करांगा, और मैं ज़ीरवी साहब नूं विनती करना कि वो आवन ते कुछ अपने विचार साझे करन। ज़ीरवी साहब। हसानी साहब ने गल्लां ठीक ही आउणगीਆਂ, पर वो ਜਿਹੜੇ लोग ਉੱਥੇ ਉਹਨਾਂ ਨੇ ਖਰੀਦੇ ਬਦਲੇ ਵਗੈਰਾ ਉਹ ਉਹਨਾਂ ਦਾ ਕਦੇ ਵੀ ਹਿੱਸਾ ਇਹਨੇ ਨਹੀਂ ਬਣੇ। ਮੈਨੂੰ ਗਦਰੀ ਮੂਵਮੈਂਟ ਬਹੁਤ ਸਾਰੇ ਜਿਹੜੇ ਗਦਰੀ ਬਾਬੇ ਸਨ ਉਹ ਸਾਡੀ ਮੂਵਮੈਂਟ ਦੇ ਹਿੱਸਾ ਹੈ। ਬਾਬਾ ਪਟਨਾ ਜਿੰਨੇ ਵੀ ਬਾਬੇ ਸਨ ਸਾਡੀ ਮੂਵਮੈਂਟ ਦਾ ਹਿੱਸਾ ਆ ਕੇ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਉਹਨਾਂ ਨੇ ਸਭ ਤੋਂ ਪਹਿਲੀ ਗੱਲ ਜਿਸ ਗੱਲ 'ਤੇ ਜ਼ੋਰ ਦਿੱਤਾ ਬਾਬਿਆਂ ਨੇ ਕਿ ਸਾਡੀ ਮੂਵਮੈਂਟ ਕੋਈ ਮਜ਼ਹਬੀ ਨਹੀਂ, ਸਾਡੀ ਮੂਵਮੈਂਟ ਇਲਾਕਾਈ ਨਹੀਂ, ਇਹ ਸੈਕੂਲਰ ਹੈ ਔਰ ਅਸੀਂ ਸੈਕੂਲਰਿਜ਼ਮ 'ਤੇ ਹੀ ਪਹਿਰਾ ਦੇ। ਅਸੀਂ ਕਿਸੇ ਮਜ਼ਹਬ ਨਾਲ ਜਾਂ ਹੋਰ ਕਿਸੇ ਨਾਲ ਇਹ ਜੀ ਕੋਈ ਤਾਲੁਕ ਨਹੀਂ ਸਾਡਾ, ਔਰ ਉਹਨਾਂ ਨੇ ਸਾਰੀ ਉਮਰ ਇਹ ਪਹਿਰਾ ਦਿੱਤਾ। ਇਹ ਠੀਕ ਹੈ, ਜਨਰਲ ਤੋਂ ਲੋਕਾਂ ਨੇ ਪੈਸੇ ਵੀ ਲਏ, ਇਹੋ ਜਿਹੀ ਮੂਵਮੈਂਟ ਵਿੱਚ ਕਈ ਲੋਕ ਕਈ ਕਿਸਮ ਦੇ ਆ ਜਾਂਦੇ ਹੈ, ਪਰ ਜਿਹੜੇ ਅਸਲ ਲੋਕ ਸਨ ਉਹਨਾਂ ਨੇ ਇਸ ਕਿਸਮ ਦੀ ਗੱਲ ਨਹੀਂ ਕੀਤੀ। ਉਹ ਜਰਮਨ ਕੋਲ ਨਹੀਂ ਵਿਕੇ ਬਲਕਿ ਉਹਨਾਂ ਨੇ ਇਸ ਦਾ ਮੁਖਾਲਫਤ ਕੀਤੀ। ਉਹਨਾਂ ਨੇ ਕਿਹਾ ਨਹੀਂ, ਇਹ ਉਹਨਾਂ ਨੇ ਲੜਾਈ ਇੱਥੇ ਜਿਸ ਵੇਲੇ ਇਹਨਾਂ ਨੇ ਅੰਗਰੇਜ਼ ਦੋਸਤ ਸਨ ਉਹ ਉਹਨਾਂ ਨੇ ਤਾਨੇ ਦਿੱਤੇ ਕਿ ਤੁਹਾਡੇ 4-5 ਹਜ਼ਾਰ ਅੰਗਰੇਜ਼ ਆ ਕੇ ਤੁਹਾਡੇ ਐਡੇ ਮੁਲਕ 'ਤੇ ਕਬਜ਼ਾ ਕਰ ਰਹੇ ਨੇ, ਸ਼ਰਮ ਆਉਣੀ ਚਾਹੀਦੀ, ਆਪਣਾ ਮੁਲਕ ਆਜ਼ਾਦ ਕਰਾਓ। ਇਸ ਗੱਲ ਨੂੰ ਲੈ ਕੇ ਉਹਨਾਂ ਨੇ ਇਹ ਮੂਵਮੈਂਟ ਗਦਰ ਜਿਹੜਾ ਹੈ ਗਦਰ 1857 ਸੀ ਉਹਨਾਂ ਦਾ ਖਿਆਲ ਬਾਬਿਆਂ ਦਾ ਵੀ ਅਸੀਂ ਜਾਵਾਂਗੇ और अंग्रेज फौजा में हिंदुस्तानी नहीं होते, अंग्रेज फौजा बगावत फैल जाएंगी 1857 और ये एकदम पटक उठेगी और मुल्क आज़ाद करवा लेंगे। ये नहीं उन्होंने गुरेज नहीं किया किसी गल तो किसी कुर्बानी। ये कहने की गल है 8000 लोग उदो अमरीका छड़ के चले गए, उन्होंने अपनी जमीन बेचिया, कारोबार बेचे ते सैक्रीफाइस लॉट। 8000 लोग उन्हें तो सैकड़े लोग फांसी, उन्होंने हर किस्म के लोग सन, हर मजहब के लोग सन। और ये नहीं पंजाबी भी, पंजाबी बंगाली बड़े सन। बंगालियां ने इस मूवमेंट को शुरू से अगवाई भी दी थी। हरदयाल के होर बंगाली दोस्त मित्र सन, उन्होंने इस दे प्रोवाइडेड आइडियोलॉजिकल सॉर्ट ऑफ स्ट्रक्चर टू दिस मूवमेंट। ये एक रियली ऑल इंडिया मूवमेंट सी। ये ठीक है पंजाबी
ਜ਼ਮੀਨਾਂ ਉਦੋਂ ਘੱਟ ਸਨ, ਉਹਨਾਂ ਦਿਨਾਂ ਵਿੱਚ ਕਾਲ ਵੀ ਪਏ ਪੰਜਾਬ ਵਿੱਚ, ਔਰ ਇਹਨਾਂ ਕਾਲ ਕਰਕੇ ਉਹ ਇੱਥੇ ਆਏ, ਜ਼ਮੀਨਾਂ ਜ਼ਮੂਨਾਂ ਵੇਚ ਕੇ ਆਏ, ਫਿਰ ਇਹ ਸਭ ਕੁਝ ਛੱਡ ਕੇ ਵੀ ਚਲੇ ਗਏ। ਉੱਥੇ ਉਹਨਾਂ ਨੇ ਸਾਰੇ ਤਸੀਹੇ ਵੀ ਬਰਦਾਸ਼ਤ ਕੀਤੇ। ਦੈਟਸ ਅਨਦਰ ਥਿੰਗ। ਇਸ ਨੂੰ ਤੁਸੀਂ ਗਦਰੀ ਮੂਵਮੈਂਟ ਤੇ ਦੋਸ਼ ਨਾ ਲਾਓ, ਇਹ ਠੀਕ ਹੈ। ਸਾਡੇ ਪ੍ਰੋਫੈਸਰ ਨੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਆਰਗੇਨਾਈਜੇਸ਼ਨ ਉਹ ਉਨੀ ਪਕਿਆਈ ਪੁਖਤਗੀ ਨਹੀਂ ਸੀ ਜਿੰਨੀ ਹੋਣੀ ਚਾਹੀਦੀ ਸੀ। ਇਹਨਾਂ ਨੂੰ ਪਹਿਲਾਂ ਚਾਹੀਦਾ ਸੀ ਕਿ ਮੁਲਕ ਵਿੱਚ ਬੰਦੇ ਭੇਜਦੇ, ਕੋਈ ਤਿਆਰੀ ਕਰਦੇ ਜਾ ਕੇ। ਇਹਨਾਂ ਨੇ ਸੋਚਿਆ ਵੀ ਜਦ ਮੁਲਕ ਤਿਆਰ ਹੋਏਗਾ ਔਰ ਅਸੀਂ ਆਖਾਂਗੇ ਉੱਠੋ ਔਰ ਉੱਠ ਖਾਣਗੇ, ਪਰ ਹੋਇਆ ਨਹੀਂ।